वाहिगुरु जी का खालसा वाहिगुरु जी की फतेह। असीं अज गल करन लगे हैं संग और कसंग। संग सही बंदियां दा जो किरत दी कमाई खांदे ने उन्हां दा संग हुंदा, साधु संतां दा संग हुंदा। कसंग साखत दा हुंदा। साखत हुंदा अपराधी पापी मन दा काला। ते इस तरह नाल ही एक चूहा सी ते एक कां उतर के चूहे कोले जो चूहा बाहर निकलदा कुछ खांदा चबदा करदा तां कां कोले बह जांदा, गल्लां लग जांदा करन। कुछ दिन उन्हां दी दोस्ती बन गई ते जानो ओ ताहां उड्डण वाला जानवर सी, चूहा धरती विच रहण वाला जानवर सी। दोस्ती उन्हां दी ठीक नहीं बनी। क्यों? वो एक सार दे जानवर हुंदे तां ठीक सी। तां कां उसनूं कहण लगा आखे ओए दोस्ता यार तू इत्थे भुखा मरी जा रहा है, एवें डक्के चबदा फिरदा है ते मैं जाना हुन्ना उड़ के बहुत दूरों ते उत्थे ना तेरे खाण वालियां समान वस्तु बहुत ज़्यादा है। खेतां च एडे एडे मतीरे खखड़ियां आदि चीज़ां कुछ भी खाई जाई, भावें उन्हां दे विचे वड़ के बैठा रही, इन्ना समान पिया ते इत्थे भुखा मरी जाना है। वो कहण लगा भरावा तू तां उड़ के उपर उपर दी जा वड़दा ते मैं तुर के जावांगा। तुर के जावांगा तां की पता है मैनू कोई बिल्ली टक्करदी है तां वो मार के खा जांदी है, कुत्ता मार के खा जांदा है, जे मनुख कोई मिलदा है वो चूहा चूहा कह के छित्तर मारदा वो भी मार दिंदा। वो आला नहीं, मेरे को एक जुगत है, उस तरह करके आपां चलांगे। बोल आगा तू किसी दे घर विच जा, पहली गल तैनू कोई रस्सी दो गिट्ठां दी उन्हां दे घरों मिल जू, ना मिली तां मंजे नालों टुक के तू इन्नी सारी रस्सी लिया मेरे कोले, मैं जुगत दसांगा। लो जी चूहा गया किसी दे घरों 2 गिट्ठां दी रस्सी लिआया ते कां नूं कहंदा लो जी। ਉਹ ਕਾਂ ਕਹਿੰਦਾ ਐਂ ਕਰ ਲੱਤਾਂ ਢੂਆ ਥੱਲੇ ਲਾ ਲਾ ਤੇ ਲੱਤਾਂ ਤਾਂ ਨੂੰ ਕਰ ਲਾ, ਮੈਂ ਹੁਣ ਜੁਗਤ ਵਰਤਦਾ ਹਾਂ, ਨਾਲ ਤੂੰ ਲੱਗ ਜੀ। ਇਹ ਆਪਾਂ ਚਾਰੇ ਲੱਤਾਂ ਨੂੰ ਰੱਸੀ ਵਗਲ ਦਿੰਦੇ ਹਾਂ ਤੇ 4-6 ਉਂਗਲਾਂ ਰੱਸੀ ਜਦੋਂ ਰਹੇਗੀ ਉੱਥੇ ਗੰਢ ਦੇ ਕੇ ਤੇ ਉਹ ਰੱਸੀ ਮੈਂ ਮੂੰਹ ਵਿੱਚ ਫੜ ਲਵਾਂਗਾ ਤੇ ਤੈਨੂੰ ਚੱਕ ਕੇ ਤਾਹਾਂ ਹੀ ਤਾਹਾਂ ਲੈ ਜਾਵਾਂਗਾ, ਥੱਲੇ ਲਾਉਂਦੇ ਹੀ ਨਹੀਂ ਆਪਾਂ। चूहे ने आख्या ठीक है फिर तो मैनू मार के कोई नहीं खा सकता। लो जी ये कम करके उन्होंने ते कां ने मूँह च फड़ ली रस्सी ते ओनू लै उड्या जां को दो को गया। जेड़ा सीधा उड्या जांदा है वो सही है ते जेड़ा पुट्ठा लौंकेगा ओदा खून अखां च उतर के अखां पाटन लग जांदी, सिर पाटन लग जांदा है। जदों चूहा होया औखा, चूहा पुट्ठा कां सीधा ते जदों औखा होया कहण लगा भरावा मेरी तो जान निकलदी है, मेरियां अखां बाहर आ गईयां ते तू तार दे थल्ले, मैं नहीं जांदा उत्थे। ਉਹ ਇਸੇ ਤਰ੍ਹਾਂ ਹੀ ਹੁੰਦੀ ਹੈ ਭੀੜ ਸੰਘੀੜਨਾ, ਕੁਛ ਵਾਟ ਆਪਾਂ ਆ ਗਏ ਅਸੀਂ ਕਰਦਾ ਕਰਦਾ ਤੈਨੂੰ ਹੁਣ ਲੈ ਜਾਾਂਗੇ, ਕੋਈ ਨਹੀਂ ਅਸੀਂ ਤੁਰਿਆ ਬੋਲਣ ਵਾਲਾ। ਲਓ ਜੀ ਉਧਰ ਉਹਦੀ ਤਾਂ ਜਾਨ ਨਿਕਲੇ ਤੇ ਕਾਂ ਦੇ ਵਾਸਤਾ ਹੀ ਨਹੀਂ ਕੋਈ। ਖਸੰਗ ਹੋ ਗਿਆ ਨਾ, ਸੰਗ ਨਾ ਰਿਹਾ। ਠੀਕ ਹੈ, ਖਸੰਗ ਹੋ ਗਿਆ, ਸੰਗ ਹੁੰਦਾ ਸਹੀ, ਖਸੰਗ ਹੋ ਗਿਆ ਕਸੂਤਾ। ਤਾਂ ਇਉਂ ਕਰਦਾ ਕਰਦਾ ਉਹਨੂੰ ਲਈ ਜਾਂਦਾ, ਮੂੰਹ 'ਚ ਰੱਸੀ ਫੜੀ ਹੈ, ਚੂਹਾ ਪੁੱਠਾ ਲੌਂਕਦਾ ਜਾਂਦਾ। ਖੇਤਾਂ ਵਿੱਚ ਕੋਈ ਭਾਈ ਸਾਹਿਬ ਕੋਈ ਕੰਮ ਕਰੀ ਜਾ ਰਿਹਾ ਸੀ ਤੇ ਚੂਹਾ ਚਲਚਾਉਂਦਾ ਜਾਂਦਾ ਤਾਹਾਂ ਉੱਤੋਂ ਦੀ। ਤਾਂ ਉਹਨੇ ਆਖਿਆ ਵੀ ਆਹ ਤਾਂ ਕੋਈ ਨਾ ਜਾਨਵਰ ਨੂੰ ਜਾਨਵਰ ਫੜ ਕੇ ਲਈ ਜਾ ਰਿਹਾ ਤੇ ਕਿਤੇ ਬਹਿ ਕੇ ਨਾ ਸੁਰੱਖਿਅਤ ਥਾਂ ਤੇ ਇਹਨੂੰ ਖਾਊਗਾ। ਇਹ ਹੁਣ ਚਲਚਾਉਂਦਾ ਤਾਂ ਵੀ ਕੋਈ ਸੁਣਦਾ ਗਿਣਦਾ ਮੈਨੂੰ ਛਡਾ ਦੇ ਤਾਂ ਚੰਗੀ ਗੱਲ ਹੈ। ਆਪਾਂ ਪੁੱਛ ਹੀ ਲੈਂਦੇ ਹਾਂ, ਆਵਾਜ਼ ਮਾਰ ਕੇ ਪੁੱਛ ਲੈਂਦੇ ਹਾਂ। ਜਦੋਂ ਤਾਹਾਂ ਨੂੰ ਝਾਕਿਆ
ਤਾਂ ਉਸਨੇ ਸੋਚਿਆ ਵੀ ਇਹ ਫੜ ਕੇ ਜਾਨਵਰ ਨੂੰ, ਜਾਨਵਰ ਫੜ ਕੇ ਤਾਂ ਨਹੀਂ ਲਿਜਾਂਦਾ ਬਈ, ਇਹ ਤਾਂ ਕੋਈ ਹੋਰ ਸਾਂਗ ਕਰੀ ਜਾ ਰਹੇ ਹੈ। ਚੂਹਾ ਪੁੱਠਾ, ਲੱਤਾਂ ਵਲੇਟੀਆਂ ਤੇ ਕਾਂ ਦੇ ਮੂੰਹ 'ਚ ਰੱਸੀ ਹੈ, ਇਹ ਕੀ ਕਰੀ ਜਾਂਦੇ ਨੇ ਹੈ? ਆਪਾਂ ਪੁੱਛ ਲੈਂਦੇ ਹਾਂ। ਅੱਛਾ, ਉਹਨੇ ਆਵਾਜ਼ ਮਾਰੀ ਥੱਲਿਓਂ ਕਿ ਤੂੰ ਹੈ ਰਾਜਾ ਪਤਾਲ ਕਾ, ਆ ਤੁਝ ਕੋ ਕਿਆ ਬਣੀ। ਉਤੋਂ ਚੂਹਾ ਬੋਲਦਾ ਹੈ, ਕਹਿੰਦਾ ਮੈਂ ਹੂੰ ਰਾਜਾ ਪਤਾਲ ਦਾ, ਨਾ ਮੁਝ ਸੇ ਕੁਝ ਬਣੀ, ਮੇਰਾ ਕਸੰਗ ਕਸੂਤਾ ਹੋ ਗਿਆ। ਮੇਰੇ ਲਿਖ ਲੈ ਲੇਖ ਤਾਂ ਨਹੀਂ, ਮਾਲਕ ਨੇ ਮੇਰੇ ਲੇਖ ਹੀ ਇਹ ਜਿਹੇ ਲਿਖਤੇ ਤੇ ਮੇਰਾ ਇਹਦੇ ਨਾਲ ਉੱਡਣ ਵਾਲੇ ਜਾਨਵਰ ਨਾਲ ਸੰਗ ਕਰਨਾ ਠੀਕ ਨਹੀਂ ਸੀ, ਕਸੰਗ ਹੋ ਗਿਆ। ਇਹ ਮੇਰੀ ਜਾਨ ਨਿਕਲਦੀ ਹੈ, ਇਹ ਰੁਕਦਾ ਨਹੀਂ। ਇਸੇ ਤਰ੍ਹਾਂ ਕਸੰਗ ਹੋਣਾ ਠੀਕ ਨਹੀਂ ਹੁੰਦਾ। ਤੋਤਾ ਸੀ ਇੱਕੋ, ਤਾਂ ਤੋਤਾ ਆਪਣਾ ਝੁੰਡ ਛੱਡ ਕੇ ਤੇ ਕਾਵਾਂ ਦੇ ਝੁੰਡ ਨਾਲ ਜਾ ਰਲਿਆ। 15-20 ਦਿਨਾਂ ਤੱਕ, ਮਹੀਨੇ ਤੱਕ ਆਪਣੇ ਝੁੰਡ ਵਿੱਚ ਆਇਆ ਹੀ ਨਹੀਂ ਤੇ ਕਾਵਾਂ ਨਾਲ ਉੱਠਦਾ, ਕਾਵਾਂ ਨਾਲ ਬਹਿੰਦਾ, ਇਹ ਉਹਨਾਂ ਦੇ ਨਾਲ ਹੀ ਰਹਿੰਦਾ। ਤਾਂ ਹੋਇਆ ਕਿ ਇੱਕ ਦਿਨ ਜੋ ਸੀਨੀਅਰ ਤੋਤਾ ਸੀ ਉਹਨਾਂ ਵਿੱਚੋਂ, ਸਰਪੰਚ ਕਹਿ ਲਾ ਜਾਂ ਕੋਈ ਹੋਰ ਮੁਖੀ, ਉਸਨੇ ਬੈਠਕ ਬੁਲਾਈ ਇੱਕ ਕੋਈ ਨਵੇਂ ਕਾਨੂੰਨਾਂ ਬਾਰੇ ਸੁਝਾਅ ਦੇਣ ਵਾਸਤੇ। ਤਾਂ ਉਹ ਜੋ ਤਰੀਕ ਦਿੱਤੀ ਸੀ ਤੇ ਜੋ ਅਦਾਰੇ ਵਿੱਚ ਬਹਿ ਕੇ ਮੀਟਿੰਗ ਕਰਨੀ ਸੀ, ਉਹ ਅਦਾਰੇ ਵਿੱਚ ਬੈਠ ਗਏ। ਸਾਰੇ ਦੇ ਸਾਰੇ ਤੋਤੇ ਆ ਗਏ। ਉਹ ਸੀਨੀਅਰ ਤੋਤਾ ਪੁੱਛਦਾ, ਭਾਈ ਕਰੀਬ ਕਰੀਬ ਸਾਰੇ ਆ ਗਏ ਹਨ ਕਿ ਜਾਂ ਕੋਈ ਰਹਿੰਦਾ ਹੈ? ਉਹ ਕਹਿਣ ਲੱਗੇ, ਨਹੀਂ ਜੀ, ਕਰੀਬ ਕਰੀਬ ਸਾਰਿਆਂ ਵਾਂਗੂ ਹੀ ਆ ਗਏ। ਉਹ ਸੀਨੀਅਰ ਤੋਤਾ ਬੋਲਿਆ, ਭਾਈ ਸਾਰੇ ਨਹੀਂ ਆਏ, ਇੱਕ ਫਲਾਨੇ ਨਾਂ ਦਾ ਤੋਤਾ ਉਹ ਦਿਸਦਾ ਹੀ ਨਹੀਂ, ਜਾਓ ਉਸਨੂੰ ਬੁਲਾ ਕੇ ਲਿਆਓ, ਇੱਥੋਂ ਰਹਿਣਾ ਨਹੀਂ ਚਾਹੀਦਾ ਕੋਈ। ਉਹ ਕਹਿਣ ਲੱਗੇ, ਵੇਖੋ ਜੀ, ਤੁਹਾਡੇ ਕਹਿਣ ਤੇ ਅਸੀਂ ਜਾ ਤਾਂ ਵੜਦੇ ਹਾਂ, ਪਰ ਉਹ ਜਿਹੜੇ ਤੋਤੇ ਦਾ ਤੂੰ ਨਾਂ ਲਿਆ ਉਹ ਤਾਂ ਬੇਪ੍ਰਤੀਤਾ ਹੋ ਗਿਆ ਹੈ, ਉਹਦੀ ਕੋਈ ਪ੍ਰਤੀਤ ਨਹੀਂ। ਉਹ ਤਾਂ ਮਹੀਨੇ ਤੋਂ ਲੈ ਕੇ ਆਪਣੇ ਘਰ ਘੋਂਸਲੇ ਵਿੱਚ ਆਇਆ ਹੀ ਨਹੀਂ ਤੇ ਉਹਨਾਂ ਕਾਵਾਂ ਦੇ ਨਾਲ ਰਲਿਆ ਵਾ, ਉੱਥੇ ਹੀ ਰਹਿੰਦਾ, ਉੱਥੇ ਹੀ ਬਹਿੰਦਾ ਉੱਠਦਾ ਤੇ ਉਸਦੀ ਕੋਈ ਪ੍ਰਤੀਤ ਨਹੀਂ, ਬੇਪ੍ਰਤੀਤਾ ਹੋ ਗਿਆ। ਉਹ ਕਹਿੰਦਾ, ਅੱਛਾ ਚਲੋ ਆਪਾਂ ਗੱਲਬਾਤ ਸ਼ੁਰੂਆਤ ਕਰਦੇ ਹਾਂ। ਉਸਨੇ ਜੋ ਸੁਝਾਅ ਦੇਣਾ ਸੀ ਉਹ ਸਾਰਾ ਦੇ ਦਿੱਤਾ, ਬੈਠਕ ਉਠਾਲਤੀ। ਲਓ ਜੀ, ਆਪੋ ਆਪਣੇ ਧੰਦੇ ਲੱਗ ਗਏ। ਤਾਂ ਉਧਰ ਤੋਤੇ ਤੇ ਕਾਵਾਂ ਦੀ ਗੱਲ ਰਹੇਗੀ। ਉਹਨਾਂ ਦਾ ਕਿਤੇ ਅੰਬਾਂ ਦੇ ਪੇੜ ਦੇਖੇ ਹੋਏ ਸੀ ਖਾਸੀ ਦੂਰ। ਤੋਤਾ ਕਾਂ ਹਰ ਰੋਜ਼ ਜਾਂਦੇ ਤੇ ਅੰਬਾਂ ਦਾ ਰਸ ਚੂਸ ਚੂਸ ਕੇ ਆਉਂਦੇ ਸਨ। ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਜਿਸ ਰਸਤੇ ਉਹ ਜਾਂਦੇ ਉਸ ਰਸਤੇ ਨਾ ਗਏ ਤੇ ਇੱਕ ਹੋਰ ਬਾਈਪਾਸ ਸ਼ਾਰਟਕਟ ਰਸਤਾ ਸੀ ਜਿਹੜਾ ਥੋੜਾ ਨਿੱਜੀ ਪੈਂਦਾ ਸੀ ਨੇੜਾ, ਉਸ ਰਸਤੇ ਚਲੇ ਗਏ ਰਸਾ ਚੂਸਣ ਵਾਸਤੇ। ਤਾਂ ਉਸ ਰਸਤੇ ਤੇ ਇੱਕ ਮਾਰੂ ਥਲ ਬੜਾ ਲੰਮਾ ਚੌੜਾ ਸੀਗਾ। ਇਹ ਮਾਰੂ ਥਲ ਵੰਜੜਾਂ ਦੇ ਵਿੱਚ ਅੱਕ ਬੜੇ ਖੁਸ਼ ਰਹਿੰਦੇ ਨੇ ਉੱਗਰ ਕੇ, ਤੇ ਇੱਕ ਅੱਕਾਂ ਦਾ ਬਹੁਤ ਵੱਡਾ ਸਾਰਾ ਦੱਗਾ ਆ ਗਿਆ। ਲਓ ਜੀ, ਇਹ ਉਹਦੇ ਉੱਤੋਂ ਦੀ ਉਡਾਨ ਭਰੀ ਜਾਂਦੇ, ਗੁਜ਼ਰਦੇ ਹੋਏ ਗਾਂਹ ਲੰਘਣ ਲੱਗੇ ਨਾ। ਸਿਆਣੇ ਕਹਿੰਦੇ ਨੇ ਕਿ ਹਰ ਕਿਸੇ ਨੂੰ, ਹਰ ਬਨਸਪਤੀ ਨੂੰ, ਹਰ ਜੀਵ ਜੰਤੂ ਨੂੰ ਇੱਕ ਪਾਸਿਓਂ ਸੁਰੱਖਿਅਤ ਮਿਲਦੀ ਹੈ, ਇੱਕ ਪਾਸਿਓਂ ਮਾਰ ਪੈਂਦੀ ਹੈ। ਸਭ ਨੂੰ। ਅੱਕਾਂ ਨੂੰ ਕੀ ਮਾਰ ਪੈਂਦੀ ਸੀ? ਇਹਨਾਂ ਦੇ ਉੱਤੇ ਇੱਕ ਟਿੱਡਾ ਪੈਦਾ ਹੋ ਜਾ ਕਰਦਾ ਹੈ। ਉਹ ਟਿੱਡੇ ਦਾ ਰੰਗ ਹੁੰਦਾ ਹਰਾ ਤੇ ਪੀਲਾ। ਉਹ ਇਸ ਦੇ ਪੱਤਿਆਂ ਨੂੰ ਛਾਣ ਕੇ ਇਹਨੂੰ ਨਸ਼ਟ ਕਰ ਦਿੰਦਾ ਅੱਕਾਂ ਨੂੰ। ਤਾਂ ਉਹ ਟਿੱਡਾ ਪੈਦਾ ਹੋਇਆ ਸੀ। ਹਾਲਾਂ
ਇਹ ਨੰਗਿਆਂ ਜਾਂਦਿਆਂ ਦੇ ਕਾਵਾਂ ਦੇ ਨਿਗਾਹ ਵਿੱਚ ਉਹ ਟਿੱਡੇ ਆ ਗਏ। ਠੀਕ ਹੈ। ਤਾਂ ਕਾਵਾਂ ਨੇ ਜਦੋਂ ਟਿੱਡੇ ਵੇਖੇ, ਖਾ ਕੇ ਗੇੜਾ ਉਹਨਾਂ ਅੱਕਾਂ ਤੇ ਆਣ ਉਤਰੇ। ਅੱਛਾ ਜੀ, ਤੋਤਾ ਵੀ ਖਾ ਕੇ ਗੇੜਾ ਇੱਕ ਉੱਚੇ ਸਾਰੇ ਅੱਕ ਦੀ ਡਾਹਣੀ ਉੱਪਰ ਬੈਠ ਗਿਆ, ਜਿਸ ਦੇ ਉੱਪਰ ਬਹੁਤ ਸਾਰੇ ਕੁੱਕੜ ਲੱਗੇ ਹੋਏ ਸੀ। ਠੀਕ ਹੈ। ਤਾਂ ਤੋਤੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਖੁਸ਼ੀ ਦੀ ਲਹਿਰ ਮਨ ਦੇ ਵਿੱਚ ਦੁਲੜਾਈ ਹੋਈ ਸੀ। ਉਹ ਇੰਨੀ ਖੁਸ਼ ਕਿਉਂ ਸੀਗਾ? ਉਹ ਇਹੀ ਖੁਸ਼ ਸੀ ਵੀ ਵੇਖੋ ਯਾਰੋ, ਅੱਗੇ ਕਿੰਨੀ ਦੂਰ ਜਾਣਾ ਪੈਂਦਾ ਸੀ, ਜਾਂਦਿਆਂ ਜਾਂਦਿਆਂ ਦੇ ਬਾਜੂ ਥੱਕ ਜਾਂਦੇ ਸਨ, ਸ਼ਾਮ ਨੂੰ ਮਸਾਂ ਮੁੜ ਕੇ ਆਉਂਦੇ ਸੀ, ਤੇ ਆ ਤਾਂ ਉਦੋਂ ਅੱਧੀ ਬਾਤ ਹੀ ਹੈ ਵੀ ਫੇਰ ਹੋਰ ਚੱਜ ਦੀ ਗੱਲ ਹੈ। ਉਹ ਕਿੰਨੇ ਵੱਡੇ ਵੱਡੇ ਪੇੜ ਸਨ ਅੰਬਾਂ ਦੇ, ਆ ਛੋਟੇ ਛੋਟੇ ਪੇੜਾਂ ਨੂੰ ਕਿੰਨੇ ਅੰਬ ਲੱਗੇ ਆ। ਅੱਕਾਂ ਦੇ ਕੁੱਕੜਾਂ ਨੂੰ ਬੋਲਿਆ। ਠੀਕ ਹੈ। ਇਸ ਤਰ੍ਹਾਂ ਖੁਸ਼ ਹੋਇਆ ਵਾ ਸੀ। ਕਾਂ ਉਹਨਾਂ ਟਿੱਡਿਆਂ ਨੂੰ ਖਾਣ ਵਾਸਤੇ ਉਤਰੇ ਸਨ, ਉਹ ਤਾਂ ਉਹਨਾਂ ਟਿੱਡਿਆਂ ਨੂੰ ਚੁੰਬੜ ਕੇ ਖਾਣ। ਤੇ ਤੋਤਾ ਖੁਸ਼ੀਆਂ ਖੁਸ਼ੀਆਂ ਦੇ ਵਿੱਚ ਇਹਨਾਂ ਅੱਕਾਂ ਦੇ ਕੁੱਕੜਾਂ ਨੂੰ ਚੁੰਝ ਨਾਲ ਪਾੜ ਪਾੜ ਕੇ ਲੱਗ ਗਿਆ ਸੁੱਟਣ, ਰਸਾ ਭਾਲਦਾ ਵਿੱਚੋਂ। ਪਰ ਇਹਨਾਂ ਵਿੱਚ ਰਸਾ ਹੈ ਨਹੀਂ, ਇਹਦੇ ਵਿੱਚ ਤਾਂ ਵਿਉ ਹੈ। ਜਿਉਂ-ਜਿਉਂ ਪਾੜਦਾ ਹੈ ਤਿਉਂ ਤਿਉਂ ਉਹਨੂੰ ਪਹਿਲਾਂ ਨਸ਼ਾ ਹੋਇਆ, ਫਿਰ ਉੱਪਰ ਦੀ ਹੋ ਗਿਆ, ਫਿਰ ਵਿਉ ਚੜ ਗਈ, ਬੇਹੋਸ਼ ਹੋ ਗਿਆ। ਉਸ ਤੋਂ ਆਪਣਾ ਸਰੀਰ ਸੰਭਾਲਣਾ ਵੀ ਮੁਸ਼ਕਿਲ ਹੋ ਗਿਆ। ਕਦੇ ਪੁੱਠਾ ਲੌਂਕਣ ਲੱਗ ਪੈਂਦਾ ਹੈ, ਕਦੇ ਥੱਲੇ ਡਿੱਗ ਪੈਂਦਾ ਹੈ, ਕਦੇ ਫੜ ਫੜ ਕਰਕੇ ਫੇਰ ਬੈਠਣ ਦਾ ਪ੍ਰਯਾਸ ਕਰਦਾ ਹੈ, ਪਰ ਨਹੀਂ, ਉਹ ਤਾਂ ਧਰਤੀ ਤੋਂ ਹੁਣ ਉੱਠਣੋਂ ਵੀ ਰਹਿ ਗਿਆ, ਉੱਥੇ ਹੀ ਬੈਠਾ ਫੜ ਫੜ ਕਰੀ ਜਾ ਰਿਹਾ। ਲਓ ਜੀ, ਸਿਆਣੇ ਕਹਿੰਦੇ ਨੇ ਆਖੇ ਬਾਲ ਗਓ ਤੇ ਤਿਰਿਆ ਗਓ, ਰਾਜ ਗਓ ਤੇ ਘੀਸ ਗਓ, ਇਹ ਚਾਰੇ ਜਿਸ ਗਓ ਪੈ ਜਾਣ ਨਾ, ਛੇਤੀ ਕੀਤਿਆਂ ਹਟਦੇ ਨਹੀਂ। ਇਹ ਉਸ ਚਾਹੇ ਇਧਰਲਾ ਪਾਸਾ ਇੱਧਰ ਆ ਜੇ, ਘਾਟਾ ਪੈ ਜੇ, ਉਸ ਗਹੁ ਤੇ ਲੱਗੇ ਰਹਿੰਦੇ ਨੇ। ਇਹ ਕੀ ਗਹੁ ਪਏ? ਉਹ ਅੱਕਾਂ ਦੇ ਪਾਸੇ ਕੋਈ ਕਿੱਲਾ 2 ਕਿੱਲੇ ਪਾਸੇ ਤੇ ਇੱਕ ਗੇਮ ਨਾਲ ਖੇਡੀ ਜਾ ਰਹੇ ਸੀ, ਖੁੱਦੋ ਨਾਲ, ਤੇ ਖੁੱਦੋ ਦੇ ਲੱਗਿਆ ਟੋਣਾ। ਤਾਂ ਉਸ ਅੱਕਾਂ ਦੇ ਦੱਗੇ ਵਿੱਚ ਆ ਡਿੱਗੀ। ਤਾਂ ਜੋ ਆਪਣੀ ਮਿੱਤ ਪੂਰ ਰਿਹਾ ਸੀ ਬਾਲ, ਉਹ ਖੁੱਦੋ ਉਠਾਉਣ ਵਾਸਤੇ ਆਇਆ। ਠੀਕ ਹੈ। ਜਦੋਂ ਇਹਨਾਂ ਅੱਕਾਂ ਦੇ ਵਿੱਚ ਆ ਕੇ ਇਧਰ ਉਧਰ ਦੇਖਣ ਲੱਗਾ ਤੇ ਕਾਂ ਨਿਗਾਹ ਵਿੱਚ ਆਏ ਤੇ ਉਹ ਬਾਲਾਂ ਵਾਲੇ ਗਹੁ ਪੈ ਗਿਆ। ਉਹ ਲੱਗਿਆ ਸਾਰਿਆਂ ਨੂੰ ਆਵਾਜ਼ਾਂ ਮਾਰਨ, ਓਏ ਭੱਜ ਕੇ ਆਓ, ਭੱਜ ਕੇ ਆਓ, ਓਏ ਦਵਾ ਦਾ ਭੱਜ ਕੇ ਆਓ, ਇੱਕ ਚੀਜ਼ ਵਿਖਾਵਾਂ। ਉਹ ਸਾਰੇ ਦਵਾ ਦਵ ਕੋਲੇ ਆਏ। ਓਏ ਕੀ ਹੈ? ਓਏ ਕਿੰਨੇ ਕਾਂ ਪਤਾ ਨਹੀਂ ਕਿੱਥੋਂ ਆਏ, ਬੱਲੇ ਬੱਲੇ ਬੱਲੇ, ਖਾਉਣੀ ਕੀ ਕਰੀ ਜਾਂਦੇ ਆ ਕੰਜਰ ਦੇ, ਇੰਨੇ ਕਾਂ। ਦੂਜੇ ਬਾਲ ਦੇ ਨਿਗਾਹ ਪਈ, ਉਹ ਟਿੱਡਿਆਂ ਨੂੰ ਖਾਈ ਜਾਂਦੇ। ਉਹ ਵੇਖੋ ਖਾਉਣੀ ਕਿੱਧਰੋਂ ਆਏ ਐ। ਇਸ ਗਹੁ ਪਏ ਸਾਰੇ ਇਹਨਾਂ ਗੱਲਾਂ ਤੇ ਲੱਗ ਗਏ। ਤਾਂ ਉਹਨੇ ਇਧਰ ਉਧਰ ਗੇਮ ਵੱਲ ਫੇਰ ਨਿਗਾਹ ਪਾਈ। ਤਾਂ ਉਸਨੂੰ ਉਹ ਜੋ ਤੋਤਾ ਥੱਲੇ ਫੜਫੜਾ ਕਰੀ ਜਾ ਰਿਹਾ ਸੀ ਨਾ, ਉਹ ਨਿਗਾਹ ਆ ਗਿਆ। ਠੀਕ ਹੈ। ਉਸਨੇ ਫੇਰ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਉਹ ਇੱਕ ਭੱਜ ਕੇ ਆਇਓ, ਇੱਕ ਚੀਜ਼ ਹੋਰ ਦਿਖਾਵਾਂ, ਹੋਰ ਛੇਤੀ ਨਾਲ ਆਓ, ਦਵਾ ਦਵੋ। ਉਹ ਫੇਰ ਭੱਜ ਕੇ ਨਜ਼ਦੀਕ ਆਏ। ਉਹ ਕੀ ਹੈ? ਓਏ ਓਏ ਆਹ ਇੱਕ ਕਾਂ ਮਰੀ ਜਾਂਦਾ, ਇੱਕ ਕਾਂ ਮਰੀ ਜਾਂਦਾ। ਉਹ ਹਾਂ, ਓਏ ਇਹ ਕਾਂ ਨੂੰ ਕੀ ਹੋ ਗਿਆ? ਸਾਰੇ ਦੇ ਸਾਰੇ, ਤੋਤਾ ਕਿਸੇ ਨੇ ਨਹੀਂ ਕਿਹਾ, ਇਹ ਕਾਂ ਹੀ ਕਿ ਕਾਂ ਦਾ ਦਰਜਾ ਹੀ ਦੇਤਾ ਉਹਨਾਂ ਨੇ ਸਾਰਿਆਂ ਨੇ। ਲਓ ਜੀ, ਹੁਣ ਰਹੇਗੀ ਤੋਤੇ ਤੇ ਗੱਲ ਆ ਗਈ। ਤੋਤਾ, ਇਹਨੂੰ ਤੋਤਾ ਕਹਿ ਕੇ ਸੱਦਿਆ ਜਾਂਦਾ ਹੈ। ਇਸ ਦੇ ਨਾਮ ਹੋਰ ਵੀ ਹਨ। ਇਹਨੂੰ ਸੋਆ ਕਹਿ ਕੇ ਵੀ ਬੁਲਾਇਆ ਜਾਂਦਾ ਹੈ, ਕਈ ਸੂਬਿਆਂ ਵਿੱਚ ਸੋਆ ਕਹਿੰਦੇ ਨੇ। ਹਾਂ, ਤੇ ਕਈ ਸੂਬਿਆਂ ਵਿੱਚ ਇਸ ਨੂੰ ਕਾਟਰ ਕਹਿ ਕੇ ਵੀ ਸੱਦਿਆ ਜਾਂਦਾ ਹੈ। ਕਾਟਰ, ਹਾਂ। ਅੱਛਾ ਜੀ,
ਹੁਣ ਇਹ ਤੋਤਾ ਕੁਝ ਸੁਰਤ ਜੀ ਫੜ ਕੇ ਤੇ ਬੋਲਦਿਆਂ ਨੂੰ ਸੁਣ ਕੇ ਹੁਣ ਤੋਤਾ ਪੁਕਾਰ ਕਰਦਾ ਹੈ ਉਹਨਾਂ ਕੋਲੇ। ਉਹ ਕਹਿਣ ਲੱਗਾ ਕਿ ਏਕ ਸਮੇਂ ਸੂਆ ਅੰਬ ਹੈ ਚੂਸਤ, एक समय सुआ अंब है चूसत, एक समय प्रीत अक की लाई, चुंज मारी तो गिर गिर पैंदा, प्या फंग लटकाई, नीच के संग प्रीत करी, एक जान गई एक पत गई, एक जात गई दूजी पत गई, तीजी जान गवाई। ਉਹ ਕਹਿੰਦਾ ਜੇ ਮੈਂ ਇਹਨਾਂ ਨੀਚਾਂ ਦਾ ਕਸੰਗ ਕੀਤਾ, ਜਾਣੋ ਸੰਗ ਕਰਿਆ ਕਾਮਾਂ ਦਾ, ਕਸੰਗ ਹੋ ਗਿਆ ਨਾ, ਜੇ ਮੈਂ ਇਹਨਾਂ ਦੇ ਨਾਲ ਰਲਿਆ ਕਸੰਗ ਕਰਿਆ, ਪਹਿਲਾਂ ਮੇਰੇ ਭਰਾਵਾਂ ਨੇ ਸਾਰਿਆਂ ਨੂੰ ਪਹਿਲਾਂ ਮੈਨੂੰ ਬੇਪਰਤੀਤਾ ਗਿਣ ਦਿੱਤਾ ਉਸ ਦਿਨ ਜਿੱਦੇ ਮੀਟਿੰਗ ਬੁਲਾਈ ਸੀ। ਅੱਛਾ, ਉਦੋਂ ਬਾਅਦ ਇਹ ਜੇ ਮੈਂ ਇਹਨਾਂ ਦੇ ਨਾਲ ਰਲਿਆ, ਮੈਨੂੰ ਕੀ ਪਤਾ ਸੀ ਵੀ ਇਹ ਅੱਕ ਹੈ ਵਿਆਹ ਹੈ। ਮੈਂ ਅੰਬ ਸਮਝ ਕੇ ਇਹਨਾਂ ਨੂੰ ਪਾੜ ਪਾੜ ਸੁੱਟਣ ਲੱਗਾ ਤਾਂ ਮੇਰੀ ਇਹ ਜਾਨ ਚਲੀ ਗਈ ਹੈ। ਤੇ ਤੀਜਾ ਮੈਂ ਇਹ ਕਹਿਣਾ ਹੈ, ਜਿੰਨਿਆਂ ਬੰਦਿਆਂ ਨੇ ਜਿੰਨੇ ਜਵਾਕਾਂ ਨੇ ਮੈਨੂੰ ਦੇਖਿਆ ਹੋਇਆ, ਉਹਨਾਂ ਨੇ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਤੋਤਾ ਮਰੀ ਜਾਂਦਾ, ਤੋਤਾ ਮਰੀ ਜਾਂਦਾ। ਮੈਨੂੰ ਮਰਨ ਦਾ ਇਤਰਾਜ਼ ਨਹੀਂ ਕੋਈ, ਇਹ ਤਾਂ ਇੱਕ ਰਸਤਾ ਬਣਾਇਆ ਭਗਵਾਨ ਦਾ, ਆਉਣਾ ਜਾਣਾ ਬਣਿਆ। ਮੈਨੂੰ ਇਤਰਾਜ਼ ਹੈ ਇਸ ਗੱਲ ਦਾ, ਮੈਨੂੰ ਸਾਰਿਆਂ ਨੇ ਕਾਂ ਹੀ ਕਾਂ ਆਖਿਆ। ਇਸ ਤਰ੍ਹਾਂ ਕਰਕੇ ਜੋ ਸੰਗ ਔਰ ਕਸੰਗ, ਇਸ ਦਾ ਫਲ ਇਸ ਤਰ੍ਹਾਂ ਕਰਕੇ ਜੋ ਕਸੰਗ ਹੈ ਉਹ ਸਾਖਤ ਦੇ ਅਧੀਨ ਤੇ ਹੈ। ਕਬੀਰ ਸਾਖਤ ਸੰਗ ਨਾ ਕੀਜੀਏ, ਜਿਉ ਕੇਲੇ ਸੰਗ ਬੇਰ। ਸਾਖਤ ਉਹ ਝੂਲੇ ਉਹ ਚੀਰੀਐ, ਸਾਖਤ ਸੰਗ ਨਾ ਹੇਰ। ਕੀ ਜੇ ਬੇਰੀ ਦਾ ਪੇੜ ਔਰ ਕੇਲੇ ਦਾ ਪੇੜ ਦੋਨੋਂ ਪੜੋਸੀ ਬਣ ਕੇ ਗੁਆਂਢੀ ਬਣ ਕੇ ਵਸਣ ਲੱਗ ਪੈਣ, ਨਜ਼ਦੀਕ ਉੱਗ ਪੈਣ, ਤਾਂ ਜਦੋਂ ਪਾਉਣ ਤੇਜ਼ ਆਉਂਦੀ ਹੈ ਤੇ ਕੇਲੇ ਦੇ ਪੱਤੇ ਲਵਾਈ ਵਾਲੇ ਔਰ ਚੜਾਈ ਵਾਲੇ ਹੁੰਦੇ ਨੇ, ਉਹ ਝੂਮਦਾ ਹੈ ਹਵਾ ਦੇ ਵਿੱਚ, ਤਾਂ ਹਵਾ ਨੂੰ ਔਰ ਢਕੇਲਦਾ ਹੈ। ਤੇ ਜਦੋਂ ਬੇਰੀ ਉਸਦੇ ਨਾਲ ਉਸੇ ਤਰ੍ਹਾਂ ਕਰਨਾ ਚਾਹੁੰਦੀ ਹੈ, ਹਵਾ ਨਾਲ ਝੂਮਦੀ ਹੈ, ਤੇ ਉਸਦੇ ਪੱਤਿਆਂ ਨੂੰ ਲੀਰ ਲੀਰ ਕਰਕੇ ਸੁੱਟ ਦਿੰਦੀ ਹੈ, ਚੀਰ ਦਿੰਦੀ ਹੈ ਕੰਡਿਆਂ ਨਾਲ, ਤਾਂ ਉਹਨਾਂ ਨੂੰ ਪੜੋਸੀ ਬਣਨ ਦਾ ਸੰਗ ਨਾ ਹੋਇਆ, ਉਹ ਕਸੰਗ ਹੋਇਆ। ਕਬੀਰ ਮਾਰੀ ਮਰੀ ਕਸੰਗ ਦੀ, ਜਿਉਂ ਕੇਲੇ ਸੰਗ ਬੇਰ। ਉਹ ਝੂਲੇ ਉਹ ਚੀਰੀਐ, ਸਾਖਤ ਸੰਗ ਨਾ ਹੇਰ। कबीर साकत ऐसा कबीर साकत ऐसा है जैसे लसन की खान, कोने बह के खाइए प्रगट होए निदान। जे लसन नूं खा के मुनिया की सभा विच जा बैठे ना कोई, लसन गुज्जी नहीं रहिंदी, उथों ताईं हवाड़ मारू सारिਆਂ ਨੂੰ पता लग जूए लसन खा के आया। ते साकत दा उदी पता लग जांदा है, वो अपराधी हुंदा है। कबीर साकत संग ना कीजिए, दूर से जाइए भागो भज जिगे। वाशन कारो परसीए जद कद लगे दाग। जे साकत दी माड़े बंदे दी, पापी अपराधी दी, उसने चंगा काम तो करना ही नहीं। जे ओदी वासना भी आ जावे ना हवा नाल, ते दाग लगे बिना नहीं रहिंदा। जे ओदा संग कर ले, नाल रहन लग जे, ते पता नहीं की हो जाना है। वाहिगुरु जी का खालसा, वाहिगुरु जी की फतेह।